ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਔਗਣ ਹਮਾਰੇ। ਦਇਆ ਕਰੋ ਕਿਛ ਮਿਹਰ ਉਪਾਵਹੁ, ਡੁੱਬਦੇ ਪੱਥਰ ਤਾਰੇ। ਪਰਮ ਸਤਿਕਾਰਯੋਗ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਤਿਨਾਂ ਦੀ ਹਜ਼ੂਰੀ ਦੇ ਅੰਦਰ ਸੁਭਾਏਮਾਨ ਸਤਸੰਗੀ ਜਨੋ, ਵੱਡ ਭਾਗੇ ਹਾਂ। ਸਤਿਗੁਰੂ ਜੀ ਦੀ ਮੁਬਾਰਕ ਗੋਦ ਅੰਦਰ ਬੈਠ ਕੇ ਇਤਿਹਾਸ ਨੂੰ ਵਿਚਾਰਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਸੋ ਕੱਲ੍ਹ ਆਪਾਂ ਇਤਿਹਾਸ ਦੇ ਵਿੱਚ ਇਹਨਾਂ ਘਟਨਾਵਾਂ ਨੂੰ ਵਿਚਾਰਿਆ ਸੀ। ਧਿਆਨ ਸਿਉ ਡੋਗਰੇ ਦੇ ਵੱਲੋਂ ਆਪਣੇ ਕੋਲੋਂ ਝੂਠੇ ਖੱਤ ਲਿਖ ਕੇ ਸਿੱਖ ਰਾਜ ਦੀ ਫੌਜ ਦੇ ਵਿੱਚ ਅਤੇ ਜੋ ਸਿੱਖ ਰਾਜ ਦੇ ਆਗੂ ਹਨ ਉਹਨਾਂ ਦੇ ਵਿੱਚ ਇੱਕ ਅਫਵਾਹ ਫੈਲਾਈ ਜਾਂਦੀ ਹੈ ਕਿ ਮਹਾਰਾਜਾ ਖੜਕ ਸਿੰਘ ਅਤੇ ਉਸ ਦਾ ਸਲਾਹਕਾਰ ਤੇਜ ਸਿੰਘ ਬਾਜਵਾ ਅੰਗਰੇਜ਼ਾਂ ਨੂੰ ਸਿੱਖ ਰਾਜ ਵੇਚ ਰਹੇ ਹਨ। 16 ਆਨਿਆਂ ਦੇ ਵਿੱਚੋਂ 10 ਆਨੇ ਪੈਨਸ਼ਨ ਮਹਾਰਾਜਾ ਖੜਕ ਸਿੰਘ ਪ੍ਰਾਪਤ ਕਰੇਗਾ। 6 ਆਨੇ ਅੰਗਰੇਜ਼ਾਂ ਦੇ ਖਜ਼ਾਨੇ ਦੇ ਵਿੱਚ ਜਾਣਗੇ। ਇੱਥੇ ਪੰਜਾਬ ਦੇ ਵਿੱਚ ਅੰਗਰੇਜ਼ਾਂ ਦਾ ਰਾਜ ਹੋ ਜਾਵੇਗਾ। ਸਿੱਖ ਫੌਜਾਂ ਨੂੰ ਘਰੋਂ ਘਰੀ ਤੋਰ ਦਿੱਤਾ ਜਾਵੇਗਾ। ਇਹ ਅਫਵਾਹ ਫੈਲਾਉਣ ਤੋਂ ਬਾਅਦ ਇੱਕ ਮੀਟਿੰਗ ਦੇ ਵਿੱਚ ਧਿਆਨ ਸਿਉ ਡੋਗਰੇ ਦੇ ਵੱਲੋਂ ਸਿੱਖ ਆਗੂਆਂ ਅਤੇ ਮਹਾਰਾਜਾ ਖੜਕ ਸਿੰਘ ਦੀ ਜੋ ਪਤਨੀ ਹੈ ਚੰਦ ਕੌਰ, ਇਹਨਾਂ ਦੇ ਸਾਹਮਣੇ ਇੱਕ ਤਜਵੀਜ਼ ਰੱਖੀ ਜਾਂਦੀ ਹੈ ਵੀ ਜੇਕਰ ਆਪਾਂ ਰਲ ਕੇ ਤੇਜ ਸਿੰਘ ਬਾਜਵਾ ਦਾ ਕਤਲ ਕਰ ਦਈਏ ਤਾਂ ਸਿੱਖ ਰਾਜ ਬਚ ਸਕਦਾ ਹੈ। ਪਲੈਨਿੰਗ ਬਣਾਉਣ ਤੋਂ ਬਾਅਦ, ਰਾਏ ਮਸ਼ਵਰਾ ਕਰਨ ਤੋਂ ਬਾਅਦ ਤੇਜ ਸਿੰਘ ਬਾਜਵਾ ਦਾ ਕਤਲ ਕਰ ਦਿੱਤਾ ਜਾਂਦਾ ਹੈ। ਮਹਾਰਾਜਾ ਖੜਕ ਸਿੰਘ ਨੂੰ ਗ੍ਰਿਫਤਾਰ ਕਰਕੇ ਨਜ਼ਰਬੰਦ ਕਰ ਦਿੱਤਾ ਜਾਂਦਾ ਹੈ। ਇਹ ਘਟਨਾ ਅਕਤੂਬਰ 1839 ਈਸਵੀ ਦੀ ਹੈ। ਇਸ ਤੋਂ ਅਗਲੀ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਗੁਰੂ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 11 ਅਕਤੂਬਰ 1839 ਈਸਵੀ ਨੂੰ ਮਹਾਰਾਜਾ ਖੜਕ ਸਿੰਘ ਨੂੰ ਗ੍ਰਿਫਤਾਰ ਕਰਕੇ ਨਜ਼ਰਬੰਦ ਕਰ ਦਿੱਤਾ ਜਾਂਦਾ ਹੈ ਤੇ ਤਕਰੀਬਨ 2-3 ਦਿਨਾਂ ਬਾਅਦ ਕੰਬਰ ਨੌ ਨਿਹਾਲ ਸਿੰਘ, ਜੋ ਮਹਾਰਾਜਾ ਖੜਕ ਸਿੰਘ ਦਾ ਪੁੱਤਰ ਹੈ ਤੇ ਮਹਾਰਾਜਾ ਰਣਜੀਤ ਸਿੰਘ ਦਾ ਪੁੱਤਰ ਹੈ, ਇਸ ਨੂੰ ਤਖਤ ਦੇ ਉੱਪਰ ਬਿਠਾ ਦਿੱਤਾ ਜਾਂਦਾ ਹੈ। ਤੇਜ ਸਿੰਘ ਬਾਜਵੇ ਦਾ ਕਤਲ ਹੋ ਚੁੱਕਿਆ ਹੈ। ਕੰਬਰ ਨੌ ਨਿਹਾਲ ਸਿੰਘ ਜੋ ਉਸ ਸਮੇਂ ਦੇ ਅੰਗਰੇਜ਼ ਆਫੀਸਰ ਸਨ, ਉਹਨਾਂ ਨੇ ਆਪਣੀਆਂ ਕਿਤਾਬਾਂ ਦੇ ਵਿੱਚ ਜ਼ਿਕਰ ਕੀਤਾ ਵੀ ਇਹ ਮਹਾਰਾਜਾ ਜੋ ਕੰਬਰ ਨੌ ਨਿਹਾਲ ਸਿੰਘ, ਇਹਦੀ ਤਕਰੀਬਨ ਉਮਰ ਵੀ 19 ਕੁ ਸਾਲਾਂ ਦੀ ਸੀ, 18 ਕੁ ਸਾਲਾਂ ਦੀ ਜਦੋਂ ਇਹ ਤਖਤ 'ਤੇ ਬੈਠਦਾ। ਇਹ ਬਹੁਤ ਸੂਝਵਾਨ ਸੀ। ਜੇਕਰ ਇਹ ਲੰਬੇਰਾ ਸਮਾਂ ਰਾਜ ਤਖਤ 'ਤੇ ਬੈਠਾ ਰਹਿੰਦਾ ਤੇ ਇਸ ਨੇ ਬਹੁਤ ਵਧੀਆ ਰਾਜ ਪ੍ਰਬੰਧ ਕਰਨਾ ਸੀ, ਸਿੱਖ ਰਾਜ ਨੂੰ ਵਧਾਉਣਾ ਸੀ। ਕੰਬਰ ਨੌ ਨਿਹਾਲ ਸਿੰਘ ਵੀ ਤਖਤ 'ਤੇ ਬੈਠਣ ਤੋਂ ਬਾਅਦ ਇਹਨਾਂ ਡੋਗਰਿਆਂ ਦੀਆਂ ਚਾਲਾਂ ਨੂੰ ਸਮਝ ਗਿਆ। ਉਸ ਨੇ ਵੀ ਕੋਸ਼ਿਸ਼ ਕੀਤੀ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਜੋ ਡੋਗਰਾ ਸਿਪਾਹੀ ਹਨ ਜਾਂ ਧਿਆਨ ਸਿਉ ਡੋਗਰਾ ਜਾਂ ਹੋਰ ਡੋਗਰੇ ਆ, ਇਹਨਾਂ ਨੂੰ ਲਾਹੌਰ ਦਰਬਾਰ ਦੇ ਵਿੱਚੋਂ ਬਾਹਰ ਕੀਤਾ ਜਾਵੇ। ਇਸ ਨੇ ਆਪਣੇ ਵੱਲੋਂ
ਕੋਸ਼ਿਸ਼ ਕੀਤੀ, ਇੱਕ ਸਭਾ, ਇੱਕ ਕੌਂਸਲ ਬਣਾਈ। ਉਸ ਕੌਂਸਲ ਦੇ ਵਿੱਚ ਅਜੀਤ ਸਿੰਘ ਸੰਧਾਵਾਲੀਆ, ਜੋ ਮਹਾਰਾਜਾ ਰਣਜੀਤ ਸਿੰਘ ਦੇ ਸਕੇ ਪਰਿਵਾਰਾਂ ਦੇ ਵਿੱਚੋਂ ਹਨ, ਭਾਈ ਲਹਿਣਾ, ਭਾਈ ਰਾਮ ਸਿੰਘ ਅਤੇ ਫਕੀਰ ਅਜੀਜ਼ੂਦੀਨ। ਇਹ ਮਹਾਰਾਜਾ ਰਣਜੀਤ ਸਿੰਘ ਦਾ ਵਿਦੇਸ਼ ਮੰਤਰੀ ਸੀ। ਇਹਨਾਂ ਨੂੰ ਮੈਂਬਰ ਚੁਣਿਆ ਗਿਆ, ਇੱਕ ਸਭਾ ਬਣਾਈ ਗਈ, ਇੱਕ ਕੌਂਸਲ ਬਣਾਈ ਗਈ ਅਤੇ ਇਹਨਾਂ ਦੇ ਰਾਹੀਂ ਰਾਜ ਪ੍ਰਬੰਧ ਨੂੰ ਇੱਕ ਵਧੀਆ ਤਰੀਕੇ ਨਾਲ ਚਲਾਉਣਾ ਸ਼ੁਰੂ ਕਰ ਦਿੱਤਾ। ਜਦੋਂ ਇਹ ਇੱਕ ਸਭਾ ਬਣਾ ਦਿੱਤੀ ਹੈ, ਇਹਦੇ ਨਾਲ ਕੀ ਹੋਇਆ, ਧਿਆਨ ਸਿਉ ਡੋਗਰਾ ਜਿਹੜਾ ਮੁੱਖ ਮੰਤਰੀ ਹੈ, ਵਜ਼ੀਰ ਹੈ, ਉਹਦੀ ਤਾਕਤ ਘਟਾ ਦਿੱਤੀ ਗਈ, ਉਹਦੀ ਤਾਕਤ ਘਟ ਗਈ। ਧਿਆਨ ਸਿਉ ਡੋਗਰੇ ਨੇ ਵੀ ਮਨ ਹੀ ਮਨ ਦੇ ਵਿੱਚ ਸੋਚਿਆ ਵੀ ਇਸ ਤਰੀਕੇ ਦੇ ਨਾਲ ਤਾਂ ਅਸੀਂ ਜੋ ਮਨਸੂਬੇ ਹੈ ਸਾਡੇ, ਜੋ ਅਸੀਂ ਮਕਸਦ ਲੈ ਕੇ ਤੁਰੇ ਹੋਏ ਹਾਂ, ਉਹਦਾ ਮਕਸਦ ਇਹੀ ਹੈ ਨਾ ਵੀ ਮੇਰਾ ਜਿਹੜਾ ਪੁੱਤਰ ਹੈ ਹੀਰਾ ਸਿਉ, ਉਹ ਸਿੱਖ ਰਾਜ ਦਾ ਬਾਦਸ਼ਾਹ ਬਣੇ, ਉਹਦੇ ਵਿੱਚ ਅਸੀਂ ਕਾਮਯਾਬ ਨਹੀਂ ਹੋਣਾ। ਤੇ ਕੰਬਰ ਨੌ ਨਿਹਾਲ ਸਿੰਘ ਨੇ ਦੂਸਰਾ ਕੰਮ ਇਹ ਕੀਤਾ, ਮਹਾਰਾਜਾ ਰਣਜੀਤ ਸਿੰਘ ਨੇ ਗੁਲਾਬ ਸਿਉ ਡੋਗਰੇ ਨੂੰ ਕਸ਼ਮੀਰ ਦਾ ਬਾਦਸ਼ਾਹ ਬਣਾਇਆ ਸੀਗਾ, ਖੁਦ ਮੁਖਤਿਆਰ। ਆਪਾਂ ਪਿਛਲੇਰੇ ਦਿਨਾਂ ਦੇ ਵਿੱਚ ਵਿਚਾਰੇ ਹੈ ਵੀ ਗੁਲਾਬ ਸਿਉ ਡੋਗਰੇ ਨੇ ਮਹਾਰਾਜਾ ਰਣਜੀਤ ਸਿੰਘ ਤੋਂ ਇਹ 3-4 ਗੱਲਾਂ ਮਨਵਾ ਲਈਆਂ ਸੀ ਵੀ ਇੱਕ ਤਾਂ ਮੈਂ ਕਸ਼ਮੀਰ ਦਾ, ਜੰਮੂ ਦਾ ਬਾਦਸ਼ਾਹ ਹੋਵਾਂਗਾ, ਖੁਦ ਮੁਖਤਿਆਰ, ਮੈਂ ਕਿਸੇ ਦੇ ਅਧੀਨ ਨਹੀਂ ਹੋਵਾਂਗਾ, ਮੈਂ ਕਿਸੇ ਨੂੰ ਕੋਈ ਜਵਾਬਦੇਹ ਨਹੀਂ ਹੋਵਾਂਗਾ। ਦੂਸਰਾ, ਮੈਂ ਕੋਈ ਟੈਕਸ ਨਹੀਂ ਦੇਵਾਂਗਾ ਲਾਹੌਰ ਦਰਬਾਰ ਨੂੰ। ਤੀਸਰਾ, ਮੈਂ ਆਪਣੀ ਫੌਜ ਰੱਖਾਂਗਾ। ਇਹ ਗੱਲਾਂ ਮਨਵਾ ਲਈਆਂ ਗਈਆਂ ਸਨ ਮਹਾਰਾਜਾ ਰਣਜੀਤ ਸਿੰਘ ਤੋਂ। ਮਹਾਰਾਜਾ ਰਣਜੀਤ ਸਿੰਘ ਇਹਨਾਂ ਨੂੰ ਬਹੁਤ ਹੀ ਚਾਹੁੰਦਾ ਸੀ, ਇਹਨਾਂ 'ਤੇ ਵਿਸ਼ਵਾਸ ਕਰਦਾ ਸੀ ਅਤੇ ਪਿਆਰ ਦੇ ਵਿੱਚ ਹੀ ਇਹ ਸਾਰੀਆਂ ਗੱਲਾਂ ਮੰਨੀਆਂ ਗਈਆਂ ਸੀ। ਕੰਬਰ ਨੌ ਨਿਹਾਲ ਸਿੰਘ ਨੇ ਕੀ ਕੀਤਾ, ਗੁਲਾਬ ਸਿਉ ਡੋਗਰੇ ਤੋਂ ਟੈਕਸ ਉਗਰਾਹਿਆ ਆਪਣੇ ਰਾਜ ਦੇ ਦੌਰਾਨ। ਪਹਿਲੀ ਵਾਰ ਜੇਕਰ ਉਸ ਤੋਂ ਟੈਕਸ ਲਿਆ ਧੱਕੇ ਦੇ ਨਾਲ, ਉਹ ਕੰਬਰ ਨੌ ਨਿਹਾਲ ਸਿੰਘ ਨੇ ਲਿਆ ਆਪਣੀ ਫੌਜ ਭੇਜ ਕੇ ਵੀ ਇੱਥੇ ਟੈਕਸ ਲਾਹੌਰ ਦਰਬਾਰ ਨੂੰ ਤੈਨੂੰ ਭਰਨਾ ਪਵੇਗਾ ਕਿਉਂਕਿ ਅਸੀਂ ਤੈਨੂੰ ਬਾਦਸ਼ਾਹ ਬਣਾਇਆ ਹੋਇਆ। ਹੁਣ ਜਿਹੜੀਆਂ ਇਹ ਘਟਨਾਵਾਂ ਵਾਪਰੀਆਂ ਇੱਕ ਦੋ, ਜਿਵੇਂ ਧਿਆਨ ਸਿਉ ਦੀ ਤਾਕਤ ਘਟਾ ਦੇਣੀ, ਗੁਲਾਬ ਸਿਉ ਤੋਂ ਟੈਕਸ ਉਗਰਾ ਲੈਣਾ, ਇਹ ਡੋਗਰਿਆਂ ਨੂੰ ਚੰਗੀਆਂ ਨਹੀਂ ਲੱਗੀਆਂ। ਇਹ ਗੱਲਾਂ, ਇਹ ਘਟਨਾਵਾਂ ਜੋ ਵਾਪਰੀਆਂ, ਧਿਆਨ ਸਿਉ ਡੋਗਰਾ ਹੁਣ ਇਸ ਕੋਸ਼ਿਸ਼ ਦੇ ਵਿੱਚ ਹੈ ਵੀ ਕੋਈ ਇਹੋ ਜਿਹਾ ਵਕਤ ਮਿਲੇ, ਕੋਈ ਇਹੋ ਜਿਹਾ ਮਾਹੌਲ ਬਣੇ ਜਿਸ ਦੇ ਨਾਲ ਕੰਬਰ ਨੌ ਨਿਹਾਲ ਸਿੰਘ ਨੂੰ ਤਖਤ ਤੋਂ ਲਾਹਿਆ ਜਾਵੇ ਤੇ ਇਹਦੀ ਜਗ੍ਹਾ ਤੇ ਕੋਈ ਹੋਰ ਤਖਤ ਤੇ ਬਾਦਸ਼ਾਹ ਬਿਠਾਇਆ ਜਾਵੇ। ਮਹਾਰਾਜਾ ਖੜਕ ਸਿੰਘ ਉਹ ਜੇਲ੍ਹ ਦੇ ਵਿੱਚ ਨਜ਼ਰਬੰਦ ਹੈ, ਉਹਨੂੰ ਗ੍ਰਿਫਤਾਰ ਕਰਕੇ ਨਜ਼ਰਬੰਦ ਕਰ ਦਿੱਤਾ ਸੀ। ਅਸਲ ਦੇ ਵਿੱਚ ਧਿਆਨ ਸਿਉ ਡੋਗਰਾ ਤਾਂ ਇਹੀ ਚਾਹੁੰਦਾ ਸੀ ਵੀ ਜਦੋਂ ਚੇਤ ਸਿੰਘ ਬਾਜਵਾ ਦਾ ਕਤਲ ਕੀਤਾ ਜਿਸ ਰਾਤ, ਉਸੇ ਰਾਤ ਖੜਕ ਸਿੰਘ ਦਾ ਵੀ ਕਤਲ ਹੋਣਾ ਚਾਹੀਦਾ ਸੀ, ਪਰ ਉਸ ਨੇ ਕਤਲ ਇਸ ਕਰਕੇ ਨਹੀਂ ਕੀਤਾ ਕਿਉਂਕਿ ਉਸ ਦੀ ਪਤਨੀ ਚੰਦ ਕੌਰ ਕੋਲੇ ਸੀ ਉਸ ਸਮੇਂ, ਵੀ ਬਹੁਤਾ ਖਿਲਾਰਾ ਪੈ ਜਾਣਾ, ਸਾਡੇ ਤੇ ਗੱਲ ਆ ਜਾਣੀ ਹੈ, ਇਸ ਕਰਕੇ ਉਹਨੂੰ ਨਜ਼ਰਬੰਦ ਕਰ ਦਿੱਤਾ ਸੀ। ਤੇ ਉਹ ਪਿਛਲੇਰੇ 1 ਸਾਲ ਤੋਂ ਅੰਦਰ ਨਜ਼ਰਬੰਦ ਹੀ ਸੀ ਜੇਲ੍ਹ ਦੇ ਵਿੱਚ। ਧਿਆਨ ਸਿਉ ਡੋਗਰੇ ਨੇ ਕੰਬਰ ਨੌ ਨਿਹਾਲ ਸਿੰਘ ਨੂੰ ਇੱਕ ਵਾਰੀ ਵੀ ਆਪਣੇ ਪਿਤਾ ਦੇ ਨਾਲ ਜੇਲ੍ਹ ਦੇ ਵਿੱਚ ਮਿਲਣ ਨਹੀਂ ਦਿੱਤਾ 1 ਸਾਲ ਦੇ ਸਮੇਂ ਦੌਰਾਨ। ਜਦੋਂ ਕੰਬਰ ਨੌ ਨਿਹਾਲ ਸਿੰਘ ਦੇ ਨਾਲ ਗੱਲਬਾਤ ਹੁੰਦੀ ਧਿਆਨ ਸਿਉ ਡੋਗਰੇ ਦੀ, ਧਿਆਨ ਸਿਉ ਡੋਗਰਾ ਇਹੀ ਗੱਲ ਕਹਿੰਦਾ ਵੀ ਤੇਰਾ ਜਿਹੜਾ ਪਿਤਾ ਹੈ ਨਾ ਖੜਕ ਸਿੰਘ, ਜੇਲ੍ਹ ਦੇ ਵਿੱਚ ਬੰਦ ਹੈਗਾ, ਉਹਦਾ ਤੇਰੇ ਪ੍ਰਤੀ ਬਹੁਤ ਜ਼ਿਆਦਾ ਗੁੱਸਾ ਹੈਗਾ, ਉਹ ਬਹੁਤ ਕ੍ਰੋਧ ਦੇ ਵਿੱਚ ਹੈ ਵੀ ਜੇ ਤੂੰ ਉਹਦੇ ਸਾਹਮਣੇ ਚਲਿਆ ਗਿਆ ਨਾ, ਉਹ ਤੇਰੇ ਤੇ ਹਮਲਾ ਕਰੇਗਾ, ਤੇਰਾ ਕਤਲ ਵੀ ਕਰ ਸਕਦਾ। ਤੇ ਜੇਕਰ ਉਹ ਜੇਲ੍ਹ ਦੇ ਵਿੱਚੋਂ ਕਿਸੇ ਤਰ੍ਹਾਂ ਬਾਹਰ ਆ ਜਾਂਦਾ
ਤਾਂ ਉਹਨੇ ਸਿੱਧਾ ਅੰਗਰੇਜ਼ਾਂ ਤੱਕ ਪਹੁੰਚ ਕਰਨੀ ਹੈ ਤੇ ਅੰਗਰੇਜ਼ਾਂ ਦੇ ਨਾਲ ਮਿਲ ਕੇ ਸਿੱਖ ਰਾਜ ਨੂੰ ਖਤਮ ਕਰ ਦੇਣਾ। ਇਹ ਮਨ ਦੇ ਵਿੱਚ ਨਫ਼ਰਤ ਭਰੀ ਗਈ ਕੰਬਰ ਨੌ ਨਿਹਾਲ ਸਿੰਘ ਦੇ, ਜਿਸ ਕਰਕੇ ਉਹ ਇੱਕ ਵਾਰੀ ਵੀ ਆਪਣੇ ਪਿਤਾ ਨੂੰ ਨਹੀਂ ਮਿਲਿਆ। ਤੇ ਜੇਲ੍ਹ ਦੇ ਵਿੱਚ ਮਹਾਰਾਜਾ ਖੜਕ ਸਿੰਘ ਬਹੁਤ ਤਰਲੇ ਕਰਦਾ ਧਿਆਨ ਸਿੰਘ ਡੋਗਰਾ ਜਦੋਂ ਵੀ ਉਹਦੇ ਕੋਲ ਜਾਂਦਾ ਵੀ ਇੱਕ ਵਾਰੀ ਮੈਨੂੰ ਮੇਰੇ ਪੁੱਤਰ ਦੇ ਨਾਲ ਮਿਲਾ ਦੇ, ਪਰ ਇਹਨੇ ਨਹੀਂ ਮਿਲਾਇਆ। ਸਗੋਂ ਉੱਥੇ ਜੋ ਮੁਲਾਜ਼ਮ ਹਨ ਜੇਲ੍ਹ ਦੇ ਵਿੱਚ ਉਹਨਾਂ ਦੇ ਨਾਲ ਇਹਨੇ ਇੱਕ ਵਧੀਆ ਤਰੀਕੇ ਦੇ ਨਾਲ ਪਲੈਨਿੰਗ ਬਣਾ ਕੇ ਮਹਾਰਾਜਾ ਖੜਕ ਸਿੰਘ ਨੂੰ ਜ਼ਹਿਰ ਦੇਣੀ ਸ਼ੁਰੂ ਕਰ ਦਿੱਤੀ, ਥੋੜ੍ਹੀ ਥੋੜ੍ਹੀ ਜ਼ਹਿਰ ਖਾਣੇ ਦੇ ਵਿੱਚ, ਜਿਸ ਕਰਕੇ ਉਹ 1 ਸਾਲ ਦੇ ਬਾਅਦ 1 ਸਾਲ ਦੇ ਸਮੇਂ ਦੇ ਦੌਰਾਨ ਦੇ ਵਿੱਚ ਉਹ ਜੇਲ੍ਹ ਦੇ ਵਿੱਚ ਬਿਮਾਰ ਹੋ ਗਿਆ। ਬਿਮਾਰ ਹੋਣ ਤੋਂ ਬਾਅਦ 5 ਨਵੰਬਰ 1840 ਈਸਵੀ ਨੂੰ ਮਹਾਰਾਜਾ ਖੜਕ ਸਿੰਘ ਜੇਲ੍ਹ ਦੇ ਵਿੱਚ ਅਕਾਲ ਚਲਾਣਾ ਕਰ ਗਿਆ। ਕੰਬਰ ਨੌ ਨਿਹਾਲ ਸਿੰਘ ਪਿਛਲੇਰੇ 1 ਸਾਲ ਤੋਂ ਰਾਜ ਕਰ ਰਿਹਾ, ਤਖਤ ਤੇ ਬੈਠਾ ਹੋਇਆ, ਸਿੱਖ ਰਾਜ ਦਾ ਬਾਦਸ਼ਾਹ। ਖੜਕ ਸਿੰਘ ਅਕਾਲ ਚਲਾਣਾ ਕਰ ਗਿਆ, ਇਹਦੇ ਸੰਸਕਾਰ ਦਾ ਪ੍ਰਬੰਧ ਕੀਤਾ ਗਿਆ। ਸਾਕ ਸੰਬੰਧੀ ਆਏ, ਰਿਸ਼ਤੇਦਾਰ ਆਏ, ਤੇ ਜਿੱਥੇ ਮਹਾਰਾਜਾ ਰਣਜੀਤ ਸਿੰਘ ਦਾ ਸੰਸਕਾਰ ਕੀਤਾ ਗਿਆ ਸੀ ਉਹਦੀ ਸਮਾਧ ਦੇ ਕੋਲ ਇਹਦੀ ਵੀ ਚਿਖਾ ਚਿਣੀ ਗਈ ਤੇ ਸੰਸਕਾਰ ਕੀਤਾ ਗਿਆ। ਧਿਆਨ ਸਿੰਘ ਡੋਗਰੇ ਨੇ ਇੱਕ ਉੱਥੇ ਹੀ ਸ਼ਮਸ਼ਾਨ ਭੂਮੀ ਦੇ ਵਿੱਚ ਜਿੱਥੇ ਸੰਸਕਾਰ ਹੋ ਰਿਹਾ ਇੱਕ ਬਹੁਤ ਵਧੀਆ ਤਰੀਕੇ ਦੀ ਪਲੈਨਿੰਗ ਬਣਾਈ ਵੀ ਅੱਜ ਬਹੁਤ ਵਧੀਆ ਮਾਹੌਲ ਹੈ, ਆਪਾਂ ਕੰਬਰ ਨੌ ਨਿਹਾਲ ਸਿੰਘ ਨੂੰ ਖਤਮ ਕਰ ਸਕਦੇ ਹਾਂ। ਉਹਨੇ ਆਪਣੇ ਨਾਲ ਦੇ ਬੰਦਿਆਂ ਦੇ ਨਾਲ ਰਲ ਕੇ ਇੱਕ ਬਹੁਤ ਵਧੀਆ ਪਲੈਨਿੰਗ ਬਣਾਈ ਵੀ ਜਦੋਂ ਸੰਸਕਾਰ ਕਰਕੇ ਕੰਬਰ ਨੌ ਨਿਹਾਲ ਸਿੰਘ ਦਰਬਾਰ ਦੇ ਵਿੱਚ ਜਾਵੇਗਾ, ਕਿਲੇ ਦੇ ਵਿੱਚ, ਕਿਲੇ ਦੇ ਦਰਵਾਜ਼ੇ ਦੇ ਉੱਪਰ ਜੋ ਛੱਜਾ ਲੱਗਿਆ ਹੋਇਆ ਹੈ ਉਸ ਨੂੰ ਤੁਸੀਂ ਡੇਗ ਦੇਣਾ ਉਹਦੇ ਉੱਪਰ ਧੱਕਾ ਮਾਰ ਕੇ ਜਾਂ ਬਰੂਦ ਦੇ ਨਾਲ, ਤੇ ਉਹ ਜਦੋਂ ਕੰਬਰ ਨੌ ਨਿਹਾਲ ਸਿੰਘ ਦੇ ਸਿਰ ਦੇ ਵਿੱਚ ਆ ਕੇ ਛੱਜਾ ਡਿੱਗੇਗਾ ਤੇ ਉਹਨੇ ਖਤਮ ਹੋ ਜਾਣਾ। ਤੇ ਆਪਣੇ ਵੱਲੋਂ ਉਹਨੇ ਇੱਕ ਜੋ ਸਿਪਾਹੀ ਹੈਗਾ, ਹਾਕਮ ਹੈ ਵਿਜੇ ਸਿੰਘ ਉਹਦਾ ਨਾਮ ਹੈ, ਉਹਦੀ ਡਿਊਟੀ ਲਾਈ ਗਈ ਵੀ ਤੂੰ ਕੁਝ ਬੰਦੇ ਲੈ ਕੇ ਆਮ ਕੱਪੜਿਆਂ ਦੇ ਵਿੱਚ ਉੱਪਰ ਬੈਠ ਜਾ, ਛੱਤ ਦੇ ਉੱਪਰ ਜਾ ਕੇ, ਜਦੋਂ ਅਸੀਂ ਆਵਾਂਗੇ, ਜਦੋਂ ਕੰਬਰ ਨੌ ਨਿਹਾਲ ਸਿੰਘ ਬਿਲਕੁਲ ਦਰਵਾਜ਼ੇ ਦੇ ਵਿਚਕਾਰ ਹੋਇਆ ਛੱਜੇ ਦੇ ਹੇਠਾਂ, ਤੇ ਮੇਰਾ ਪੁੱਤਰ ਧਿਆਨ ਸਿੰਘ ਦਾ ਹੀਰਾ ਸਿੰਘ ਉਹ ਤੁਹਾਨੂੰ ਇਸ਼ਾਰਾ ਕਰੇਗਾ ਰੁਮਾਲ ਦੇ ਨਾਲ, ਤੁਸੀਂ ਛੱਜਾ ਡੇਗ ਦੇਣਾ। ਇਹ ਪਲੈਨਿੰਗ ਬਣਾ ਲਈ ਗਈ ਇਹਨਾਂ ਦੇ ਵੱਲੋਂ। ਕੰਬਰ ਨੌ ਨਿਹਾਲ ਸਿੰਘ ਨੇ ਜਦੋਂ ਐਂ ਦੂਰ ਖੜੇ ਇਹ ਗੱਲਾਂ ਕਰ ਰਹੇ ਹੈ ਆਪਣੇ ਬੰਦਿਆਂ ਦੇ ਨਾਲ, ਉਦੋਂ ਉਹਦੇ ਮਨ ਦੇ ਵਿੱਚ ਇੱਕ ਖਿਆਲ ਆਇਆ ਵੀ ਇਹ ਕੋਈ ਗੱਲ ਕਰ ਰਹੇ ਹੈ ਜਿਹੜੀ ਮੇਰੇ ਤੋਂ ਛੁਪਾ ਰਹੇ ਹੈ। ਉਹਨੂੰ ਖਤਰਾ ਮਹਿਸੂਸ ਹੋਇਆ। ਜਦੋਂ ਮਹਾਰਾਜਾ ਖੜਕ ਸਿੰਘ ਦਾ ਸੰਸਕਾਰ ਕਰਕੇ ਕੰਬਰ ਨੌ ਨਿਹਾਲ ਸਿੰਘ ਕਿਲੇ ਦੇ ਵੱਲ ਨੂੰ ਜਾ ਰਿਹਾ ਹੈ, ਉਸਨੇ ਕੀ ਕੀਤਾ ਵੀ ਤਾਂ ਕਿ ਮੇਰੇ ਤੇ ਕੋਈ ਹਮਲਾ ਨਾ ਹੋ ਜਾਵੇ, ਉਹਨੇ ਗੁਲਾਬ ਸਿੰਘ ਡੋਗਰੇ ਦਾ ਪੁੱਤਰ ਹੈ ਊਧਮ ਸਿੰਘ ਦਾ ਹੱਥ ਫੜ ਲਿਆ। ਦੋਨੇ ਇਕੱਠੇ ਤੁਰੇ ਜਾ ਰਹੇ ਹੈ। ਉਹਨੇ ਹੱਥ ਇਸ ਕਰਕੇ ਪਕੜਿਆ ਹੋਇਆ ਵੀ ਜੇ ਮੇਰੇ ਤੇ ਹਮਲਾ ਹੁੰਦਾ ਕਿਸੇ ਵੀ ਤਰ੍ਹਾਂ ਦਾ ਤਾਂ ਇਹ ਮੇਰੇ ਨਾਲ ਹੈ, ਇਹ ਵੀ ਜ਼ਖਮੀ ਹੋਵੇਗਾ, ਇਹ ਤੇ ਵੀ ਹਮਲਾ ਹੋਵੇਗਾ। ਆਪਣੀ ਸੇਫਟੀ ਦੇ ਲਈ ਉਹਦਾ ਹੱਥ ਫੜਿਆ ਹੋਇਆ। ਹੁਣ ਊਧਮ ਸਿੰਘ ਨੂੰ ਵੀ ਪਤਾ ਹੈ ਵੀ ਅਸੀਂ ਇਹਦਾ ਕਤਲ ਕਰਨਾ, ਛੱਜਾ ਡਿੱਗੇਗਾ, ਮੈਂ ਇਹਦੇ ਨਾਲ ਹੈ, ਮੇਰੇ ਤੇ ਵੀ ਡਿੱਗੇਗਾ। ਉਹਨੇ ਵੀ ਕੋਸ਼ਿਸ਼ ਕੀਤੀ ਵੀ ਮੈਂ ਕਿਸੇ ਤਰ੍ਹਾਂ ਆਪਣਾ ਹੱਥ ਛਡਵਾ ਕੇ ਇਹ ਤੋਂ ਪਿੱਛੇ ਜਾਂ ਅੱਗੇ ਹੋ ਜਾਵਾਂ, ਪਰ ਕੰਬਰ ਨੌ ਨਿਹਾਲ ਸਿੰਘ ਨੇ ਹੱਥ ਨਹੀਂ ਛੱਡਿਆ ਇਹਦਾ। ਹੁਣ ਜਦੋਂ ਉਸ ਦਰਵਾਜ਼ੇ ਦੇ ਹੇਠਾਂ ਚਲੇ ਗਏ ਹੈ, ਹੀਰਾ ਸਿਉਂ ਧਿਆਨ ਸਿੰਘ ਦਾ ਪੁੱਤਰ ਮੰਗਰ ਹੈ, ਉਹਨੇ ਰੁਮਾਲ ਸਿੱਟਣੀ ਹੈ ਤੇ ਉਹਨਾਂ ਨੇ ਛੱਜਾ ਸਿੱਟਣਾ ਤਾਹਾਂ ਤੋਂ। ਹੁਣ ਹੀਰਾ ਸਿਉਂ ਨੇ ਸੋਚਿਆ ਵੀ ਮੇਰੇ ਜੋ ਆਪਾਂ ਕਹਦੇ ਮੇਰਾ ਭਰਾ ਜਾ ਰਹੇ ਹੈ,
ਇਹ ਵੀ ਨਾਲ ਮਰ ਜਾਵੇਗਾ। ਉਹ ਦੁਬਿਧਾ ਦੇ ਵਿੱਚ ਪੈ ਗਿਆ ਵੀ ਮੈਨੂੰ ਰੁਮਾਲ ਸੁੱਟਣੀ ਚਾਹੀਦੀ ਹੈ, ਇਸ਼ਾਰਾ ਕਰਨਾ ਚਾਹੀਦਾ ਜਾਂ ਨਹੀਂ ਕਰਨਾ ਚਾਹੀਦਾ। ਉਹਨੇ ਇਸ ਦੁਬਿਧਾ ਦੇ ਵਿੱਚ ਆ ਕੇ ਇਸ਼ਾਰਾ ਤਾਂ ਕਰ ਦਿੱਤਾ, ਪਰ ਇਸ਼ਾਰਾ ਲੇਟ ਕੀਤਾ, ਜਿਹਦੇ ਨਾਲ ਕੀ ਹੋਇਆ, ਜਦੋਂ ਛੱਜਾ ਡਿੱਗਿਆ ਜਾਂ ਡਿੱਗਿਆ ਗਿਆ, ਉਹ ਜਦੋਂ ਛੱਜਾ ਉੱਪਰ ਡਿੱਗਦਾ ਕੰਬਰ ਨੌ ਨਿਹਾਲ ਸਿੰਘ ਤੇ ਊਧਮ ਸਿਉਂ ਦੇ, ਉੱਥੇ ਊਧਮ ਸਿਉਂ ਦੀ ਤਾਂ ਮੌਤ ਹੋ ਜਾਂਦੀ ਹੈ, ਪਰ ਕੰਬਰ ਨੌ ਨਿਹਾਲ ਸਿੰਘ ਦੇ ਸਿਰ ਦੇ ਵਿੱਚ ਕੰਨ ਦੇ ਕੋਲ ਛੋਟਾ ਜਿਹਾ ਜ਼ਖਮ ਹੁੰਦਾ ਹੈ। ਜਦੋਂ ਜ਼ਖਮ ਹੋਇਆ ਉੱਥੇ ਰੌਲਾ ਪਿਆ, ਧਿਆਨ ਸਿਉਂ ਉੱਥੇ ਹੀ ਹੈ, ਹੀਰਾ ਸਿਉਂ ਵੀ ਉੱਥੇ ਹੈ, ਜਿਹੜੇ ਬੰਦਿਆਂ ਦੀ ਡਿਊਟੀ ਲਾਈ ਹੈ ਵੀ ਆਪਾਂ ਕਤਲ ਕਰਨਾ ਉਹ ਵੀ ਉੱਥੇ ਹੀ ਹਨ। ਜਦੋਂ ਛੱਜਾ ਡਿੱਗਿਆ, ਧਿਆਨ ਸਿਉਂ ਨੇ ਕੀ ਕੀਤਾ, ਆਪਣੇ ਬੰਦਿਆਂ ਨੂੰ ਲਾ ਕੇ ਜਲਦੀ ਦੇ ਨਾਲ ਕੰਬਰ ਨੌ ਨਿਹਾਲ ਸਿੰਘ ਨੂੰ ਸੰਭਾਲਿਆ, ਜਿਹਦੇ ਕੰਨ ਦੇ ਕੋਲ ਥੋੜ੍ਹੀ ਜਿਹੀ ਸੱਟ ਹੈ ਤੇ ਉਹਨੇ ਪਾਣੀ ਵੀ ਮੰਗਿਆ ਸੱਟ ਵੱਜਣ ਤੋਂ ਬਾਅਦ। ਆਖਰ ਉਹਨੂੰ ਚੁੱਕ ਕੇ ਇੱਕ ਕੋਠੜੀ ਦੇ ਵਿੱਚ ਲੈ ਗਏ। ਕੋਠੜੀ ਦੇ ਵਿੱਚ ਲਿਜਾ ਕੇ ਕੀ ਕੀਤਾ, ਹੁਣ ਉਹਦੇ ਸੱਟ ਤਾਂ ਇੰਨੀ ਕੁ ਲੱਗੀ ਆ ਵੀ ਕੋਈ ਬਹੁਤਾ ਵੱਡਾ ਜ਼ਖਮ ਨਹੀਂ, ਕੋਈ ਬੇਹੋਸ਼ ਨਹੀਂ ਹੋਇਆ, ਉਹ ਵੀ ਬਹੁਤ ਛੋਟੀ, ਪਰ ਅੰਦਰ ਲਿਜਾ ਕੇ ਧਿਆਨ ਸਿਉਂ ਨੇ ਕੀ ਕੀਤਾ, ਕੰਬਰ ਨੌ ਨਿਹਾਲ ਸਿੰਘ ਦੇ ਸਿਰ ਦੇ ਵਿੱਚ ਪੱਥਰ ਮਾਰ ਮਾਰ ਕੇ ਉਹਦਾ ਕਤਲ ਕਰ ਦਿੱਤਾ। ਹੁਣ ਲਹਿਣਾ ਸਿੰਘ ਜਿਹੜਾ ਉਹਨੇ ਵੀ ਦਰਵਾਜ਼ਾ ਖੜਕਾਇਆ ਵੀ ਮੈਨੂੰ ਅੰਦਰ ਆਉਣ ਦਿਓ, ਪਰ ਉਹਨਾਂ ਨੇ ਅੰਦਰ ਨਹੀਂ ਆਉਣ ਦਿੱਤਾ। ਉਹਨਾਂ ਦੇ ਆਪਣੀ ਫੌਜ ਦੇ ਬੰਦੇ ਸੀਗੇ 40-45 ਜਿਨ੍ਹਾਂ ਦੀ ਡਿਊਟੀ ਲਾਈ ਸੀ। ਆਖਰ ਜਿਸ ਜਗ੍ਹਾ ਤੇ ਸੰਸਕਾਰ ਹੋ ਰਿਹਾ ਹੈ ਖੜਕ ਸਿੰਘ ਦਾ, ਉੱਥੇ ਚੰਦ ਕੌਰ ਕੰਬਰ ਨੌ ਨਿਹਾਲ ਸਿੰਘ ਦੀ ਮਾਤਾ, ਖੜਕ ਸਿੰਘ ਦੀ ਪਤਨੀ, ਉਹ ਵੀ ਉੱਥੇ ਆ। ਉਹਨੂੰ ਸੁਨੇਹਾ ਪਹੁੰਚਾਇਆ ਜਾਂਦਾ ਵੀ ਐਂ ਕਰਕੇ ਛੱਜਾ ਡਿੱਗ ਪਿਆ, ਤੇਰਾ ਪੁੱਤਰ ਜ਼ਖਮੀ ਹੋ ਗਿਆ, ਤੈਨੂੰ ਉੱਥੇ ਜਾਣਾ ਚਾਹੀਦਾ। ਉਹ ਦੌੜ ਕੇ ਆਉਂਦੀ ਹੈ ਚੰਦ ਕੌਰ ਮਾਤਾ, ਤੇ ਨਾਲ ਕੰਬਰ ਨੌ ਨਿਹਾਲ ਸਿੰਘ ਦੀ ਪਤਨੀ ਹੈ ਬੀਬੀ ਨਾਨਕੀ ਕੌਰ, ਸ਼ਾਮ ਸਿੰਘ ਅਟਾਰੀ ਵਾਲੇ ਦੀ ਲੜਕੀ। ਇਹ ਦੋਵੇਂ ਆਉਂਦੀਆਂ, ਇਹ ਵੀ ਆ ਕੇ ਬਹੁਤ ਦਰਵਾਜ਼ਾ ਖੜਕਾਉਂਦੀਆਂ ਵੀ ਸਾਨੂੰ ਇੱਕ ਵਾਰੀ ਤਾਂ ਕੰਬਰ ਨੌ ਨਿਹਾਲ ਸਿੰਘ ਦੇ ਨਾਲ ਮਿਲਾ ਦੇਵੋ, ਪਰ ਧਿਆਨ ਸਿਉਂ ਡੋਗਰਾ ਅੰਦਰੋਂ ਦਰਵਾਜ਼ਾ ਨਹੀਂ ਖੋਲ੍ਹਦਾ। ਜਦੋਂ ਬਿਲਕੁਲ ਯਕੀਨ ਹੋ ਜਾਂਦਾ ਵੀ ਹੁਣ ਕੰਬਰ ਨੌ ਨਿਹਾਲ ਸਿੰਘ ਮਰ ਗਿਆ, ਉਸ ਸਮੇਂ ਦਰਵਾਜ਼ਾ ਖੋਲ੍ਹਿਆ ਜਾਂਦਾ ਹੈ। ਤੇ ਉਸ ਸਮੇਂ ਧਿਆਨ ਸਿਉਂ ਡੋਗਰਾ ਚੰਦ ਕੌਰ ਨੂੰ ਕਹਿੰਦਾ ਵੀ ਮੈਂ ਨਾ ਦਰਵਾਜ਼ਾ ਇਸ ਕਰਕੇ ਨਹੀਂ ਖੋਲ੍ਹਿਆ ਵੀ ਮੈਂ ਤੇਰੇ ਦੁੱਖਾਂ ਦੇ ਵਿੱਚ ਵਾਧਾ ਨਹੀਂ ਕਰਨਾ ਚਾਹੁੰਦਾ, ਵੀ ਹੁਣੇ ਤਾਂ ਤੂੰ ਆਪਣੇ ਪਤੀ ਦਾ ਸੰਸਕਾਰ ਕਰਕੇ ਆ ਰਹੀ ਹੈ, ਜੇਕਰ ਤੂੰ ਆਪਣੇ ਪੁੱਤਰ ਨੂੰ ਤੜਫਦਿਆਂ ਹੋਇਆਂ ਵੇਖਦੀ ਤੇਰੇ ਦੁੱਖਾਂ ਦੇ ਵਿੱਚ ਵਾਧਾ ਹੋਣਾ ਸੀ, ਇਸ ਕਰਕੇ ਮੈਂ ਦਰਵਾਜ਼ਾ ਨਹੀਂ ਖੋਲ੍ਹਿਆ। ਕੰਬਰ ਨੌ ਨਿਹਾਲ ਸਿੰਘ ਨੂੰ ਚੰਦ ਕੌਰ ਵੇਖਦੀ ਹੈ, ਉਹਦਾ ਸਰੀਰ ਪਿਆ ਹੈਗਾ ਭੌਰ ਉਡਾਰੀ ਮਾਰ ਗਿਆ, ਤੇ ਧਿਆਨ ਸਿਉਂ ਡੋਗਰਾ ਉਸ ਸਮੇਂ ਚੰਦ ਕੌਰ ਨੂੰ ਇੱਕ ਗੱਲ ਕਹਿੰਦਾ ਵੀ ਇਹ ਖਬਰ ਬਾਹਰ ਨਹੀਂ ਜਾਣੀ ਚਾਹੀਦੀ ਵੀ ਮੇਰਾ ਪੁੱਤਰ ਅਕਾਲ ਚਲਾਣਾ ਕਰ ਗਿਆ। ਜੇਕਰ ਇਹ ਖਬਰ ਤੂੰ ਬਾਹਰ ਫੈਲਾ ਦਿੱਤੀ, ਬਾਹਰ ਸਿੱਖ ਫੌਜਾਂ ਦੇ ਵਿੱਚ, ਹੋਰ ਲਾਹੌਰ ਦਰਬਾਰ ਤੋਂ ਬਾਹਰ ਆਮ ਲੋਕਾਂ ਦੇ ਵਿੱਚ ਇਹ ਗੱਲ ਚਲੀ ਗਈ, ਤਾਂ ਜੋ ਹੋਰ ਪੁੱਤਰ ਹਨ ਮਹਾਰਾਜਾ ਰਣਜੀਤ ਸਿੰਘ ਦੇ, ਉਹਨਾਂ ਨੇ ਕੋਸ਼ਿਸ਼ ਕਰਨੀ ਹੈ ਤਖਤ ਤੇ ਆਪ ਬੈਠਣ ਦੀ। ਖੜਕ ਸਿੰਘ ਤੋਂ ਇਲਾਵਾ ਮਹਾਰਾਜਾ ਰਣਜੀਤ ਸਿੰਘ ਦੇ 5-6 ਪੁੱਤਰ ਹੋਰ ਹੈ। ਇੱਕ ਸ਼ੇਰ ਸਿੰਘ ਹੈਗਾ ਮਹਾਰਾਜਾ ਰਣਜੀਤ ਸਿੰਘ ਦਾ ਪੁੱਤਰ, ਇਹ ਵੀ ਖੜਕ ਸਿੰਘ ਦੇ ਹਮ ਉਮਰ ਹੈ। ਇਹਦੀ ਮਾਤਾ ਨੇ ਵੀ ਰੌਲਾ ਪਾਇਆ ਸੀ ਵੀ ਮੇਰੇ ਪੁੱਤਰ ਨੂੰ ਤਖਤ ਮਿਲਣਾ ਚਾਹੀਦਾ, ਖੜਕ ਸਿੰਘ ਨੂੰ ਨਹੀਂ ਮਿਲਣਾ ਚਾਹੀਦਾ। ਉਸ ਸਮੇਂ ਜਦੋਂ ਖੜਕ ਸਿੰਘ ਨੂੰ ਤਖਤ ਤੇ ਬਿਠਾਇਆ ਗਿਆ, ਬਾਅਦ ਦੇ ਵਿੱਚ ਇਹ ਸਮਝੌਤਾ ਹੋਇਆ ਸੀਗਾ, ਸ਼ੇਰ ਸਿੰਘ ਨੂੰ ਬਟਾਲੇ ਦੇ ਨੇੜੇ ਜੰਗੀਰ ਦੇ ਦਿੱਤੀ ਸੀ ਵੀ ਤੂੰ ਉੱਥੇ ਜਾ ਕੇ ਵਧੀਆ ਆਪਦਾ ਜੀਵਨ ਬਸਰ ਕਰ ਸਕਦਾ। ਤਖਤ ਤੇ ਖੜਕ ਸਿੰਘ ਬੈਠਾ ਸੀ। ਧਿਆਨ ਸਿਉਂ ਡੋਗਰਾ ਕਹਿੰਦਾ ਵੀ ਜੇ ਬਾਹਰ ਖਬਰ ਚਲੀ ਗਈ, ਜਿਹੜੇ ਸ਼ੇਰ ਸਿੰਘ ਵਰਗੇ ਹੈ ਜਾਂ ਹੋਰ ਪੁੱਤਰ ਨੇ, ਉਹਨਾਂ ਨੇ ਰੌਲਾ ਪਾਉਣਾ ਵੀ ਤਖਤ ਤੇ ਸਾਨੂੰ ਬੈਠਣਾ ਚਾਹੀਦਾ, ਹੁਣ ਅਸੀਂ ਹੱਕਦਾਰ ਹੈ, ਕਿਉਂਕਿ ਹੁਣ ਖੜਕ ਸਿੰਘ ਵੀ ਨਹੀਂ ਰਿਹਾ, ਉਹਦਾ ਪੁੱਤਰ ਵੀ ਨਹੀਂ ਰਿਹਾ, ਹੁਣ ਸਾਡੇ ਕੋਲ ਤਖਤ ਆਉਣਾ ਚਾਹੀਦਾ, ਇਸ ਕਰਕੇ ਤੂੰ ਚੁੱਪ ਰਹਿਣਾ। ਜੇਕਰ ਤੂੰ 2-3 ਦਿਨ ਇਹ ਖਬਰ ਬਾਹਰ ਨਾ ਫੈਲਾਈ, ਕਿਸੇ ਨੂੰ ਨਾ ਦੱਸਿਆ,
ਫਿਰ 2-3 ਦਿਨਾਂ ਦੇ ਵਿੱਚ ਆਪਾਂ ਸਾਰੀ ਫੌਜ ਨੂੰ ਆਪਣੇ ਅਧੀਨ ਕਰ ਲਾਂਗੇ, ਉਹਨਾਂ ਨੂੰ ਸਮਝਾ ਲਵਾਂਗੇ ਤੇ ਜਿਹੜੇ ਹੋਰ ਸਿੱਖ ਆਗੂ ਆ ਉਹਨਾਂ ਨੂੰ ਵੀ ਆਪਣੇ ਪੱਖ ਤੇ ਕਰ ਲਵਾਂਗੇ ਅਤੇ ਚੰਦ ਕੌਰ ਜੀ ਤੁਹਾਨੂੰ ਤਖਤ ਤੇ ਬਿਠਾ ਦਿੱਤਾ ਜਾਵੇਗਾ। ਹੁਣ ਇਹ ਧਿਆਨ ਸਿੰਘ ਡੋਗਰੇ ਨੇ ਵੈਸੇ ਹੀ ਇੱਕ ਲਾਰਾ ਲਾਇਆ ਚੰਦ ਕੌਰ ਨੂੰ, ਉਹ ਤਖਤ ਤੇ ਬਿਠਾਉਣਾ ਨਹੀਂ ਚਾਹੁੰਦਾ, ਉਹ ਚਾਹੁੰਦਾ ਤਾਂ ਇਹ ਆ ਵੀ ਤਖਤ ਤੇ ਮੇਰਾ ਪੁੱਤਰ ਹੀਰਾ ਸਿੰਘ ਬੈਠੇ, ਪਰ ਉਹ ਹੁਸ਼ਿਆਰ ਬਹੁਤ ਹੈ, ਉਹਨੂੰ ਪਤਾ ਹੈ ਵੀ ਜੇ ਮੈਂ ਅੱਜ ਹੀਰਾ ਸਿੰਘ ਨੂੰ ਆਪਣੇ ਪੁੱਤਰ ਨੂੰ ਤਖਤ ਤੇ ਬਿਠਾ ਦਿੰਦਾ ਹਾਂ ਤੇ ਮਹਾਰਾਜਾ ਰਣਜੀਤ ਸਿੰਘ ਦੇ ਜਿਹੜੇ ਸਕੇ ਪਰਿਵਾਰ ਦੇ ਵਿੱਚੋਂ ਸੰਧਾਵਾਲੀਆ ਪਰਿਵਾਰ ਹੈ, ਉਹ ਪਰਿਵਾਰ ਅਤੇ ਜੋ ਮਹਾਰਾਜਾ ਰਣਜੀਤ ਸਿੰਘ ਦੇ ਬਾਕੀ ਦੇ ਪੁੱਤਰ ਹੈ ਉਹਨਾਂ ਨੇ ਰਾਜ ਨਹੀਂ ਕਰਨ ਦੇਣਾ ਸਾਨੂੰ, ਉਹਨਾਂ ਨੇ ਸਾਨੂੰ ਖਤਮ ਕਰ ਦੇਣਾ। ਧਿਆਨ ਸਿਉ ਇਸ ਇੰਤਜ਼ਾਰ ਦੇ ਵਿੱਚ ਹੀ ਰੁਕਿਆ ਹੋਇਆ ਵੀ ਜਿਵੇਂ ਖੜਕ ਸਿੰਘ ਨੂੰ ਖਤਮ ਕੀਤਾ, ਕੰਬਰ ਨੌ ਨਿਹਾਲ ਸਿੰਘ ਨੂੰ ਖਤਮ ਕੀਤਾ, ਇਸੇ ਤਰ੍ਹਾਂ ਸਾਰੇ ਪੁੱਤਰਾਂ ਨੂੰ ਖਤਮ ਕਰਕੇ ਅਖੀਰ ਤੇ ਆਪਣੇ ਪੁੱਤਰ ਨੂੰ ਇਸ ਤਖਤ ਦਾ ਬਾਦਸ਼ਾਹ ਬਣਾਵਾਂਗਾ ਜਦੋਂ ਸਾਰੇ ਖਤਮ ਹੋ ਗਏ, ਵੀ ਤਾਂ ਕਿ ਬਾਅਦ ਦੇ ਵਿੱਚ ਕੋਈ ਰੌਲਾ ਹੀ ਨਾ ਪਵੇ। ਇਸ ਕਰਕੇ ਇਹਨੇ ਇੱਕ ਚੰਦ ਕੌਰ ਨੂੰ ਲਾਰਾ ਜਿਹਾ ਲਾ ਦਿੱਤਾ ਵੀ ਤਖਤ ਤੇ ਤੁਹਾਨੂੰ ਬਿਠਾ ਦਿੱਤਾ ਜਾਵੇਗਾ, ਤੁਸੀਂ ਕੁਝ ਦਿਨ ਨਾ ਚੁੱਪ ਰਹੋ। ਇਹ ਜੋ ਕੰਬਰ ਨੌ ਨਿਹਾਲ ਸਿੰਘ ਹੈ, ਇਹਦੀ ਜਦੋਂ ਆਪਾਂ ਕਹੀਏ ਇਸ ਤਰੀਕੇ ਦੇ ਨਾਲ ਕਤਲ ਕੀਤਾ ਗਿਆ, ਇਹਨੇ ਤਕਰੀਬਨ 13 ਕੁ ਮਹੀਨੇ ਰਾਜ ਕੀਤਾ ਹੈਗਾ। 1839 ਅਕਤੂਬਰ ਤੋਂ ਲੈ ਕੇ ਨਵੰਬਰ 1940 ਈਸਵੀ ਤੱਕ। ਆਖਰ ਇਸ ਕੰਬਰ ਨੌ ਨਿਹਾਲ ਸਿੰਘ ਦਾ ਵੀ ਸੰਸਕਾਰ ਕੀਤਾ ਗਿਆ। ਹਜੇ ਇਹਦੇ ਪਿਤਾ ਦੀ ਜੋ ਚਿੱਖ ਹੈ ਉਹ ਵੀ ਠੰਡੀ ਨਹੀਂ ਹੋਈ ਤੇ ਮਾਤਾ ਚੰਦ ਕੌਰ ਕਦੇ ਆਪਣੇ ਪੁੱਤਰ ਦੀ ਚਿਖਾ ਦੇ ਕੋਲ ਜਾ ਕੇ ਸੋਗ ਮਨਾਉਂਦੀ ਹੈ, ਦੁੱਖ ਮਨਾਉਂਦੀ ਹੈ, ਕਦੇ ਆਪਣੇ ਪਤੀ ਦੀ ਚਿਖਾ ਦੇ ਕੋਲ, ਕਿਉਂਕਿ ਉਹ ਵੀ ਚਿਖਾ ਨਾਲ ਹੀ ਹੈ, ਹਜੇ ਤਾਂ ਠੰਡੀ ਵੀ ਨਹੀਂ ਹੋਈ ਉਹ ਚਿਖਾ, ਇੱਕ ਦਿਨ ਪਹਿਲਾਂ ਤਾਂ ਉਹਦਾ ਸੰਸਕਾਰ ਕਰਕੇ ਹਟੇ ਹੈ। ਕਦੇ ਮਹਾਰਾਜਾ ਰਣਜੀਤ ਸਿੰਘ ਦੀ ਸਮਾਧ ਦੇ ਕੋਲ। ਆਖਰ 8-10 ਦਿਨ ਸੋਗ ਮਨਾਇਆ ਗਿਆ। 19 ਸਾਲ 7 ਮਹੀਨੇ ਤੇ 27 ਦਿਨਾਂ ਦੀ ਉਮਰ ਸੀਗੀ ਕੰਬਰ ਨੌ ਨਿਹਾਲ ਸਿੰਘ ਦੀ ਜਦੋਂ ਉਹਦਾ ਕਤਲ ਕਰ ਦਿੱਤਾ ਗਿਆ ਧਿਆਨ ਸਿੰਘ ਡੋਗਰੇ ਦੇ ਵੱਲੋਂ। 19 ਸਾਲ ਦੀ ਏਜ। 8-9 ਦਿਨਾਂ ਦੇ ਵਿੱਚ ਜਦੋਂ ਸੋਗ ਮਨਾਇਆ ਜਾ ਰਿਹਾ ਹੈ, ਧਿਆਨ ਸਿੰਘ ਡੋਗਰੇ ਨੇ ਸ਼ੇਰ ਸਿੰਘ ਨੂੰ ਸੁਨੇਹਾ ਭੇਜਿਆ, ਜਿਹੜਾ ਬਟਾਲੇ ਦੇ ਵਿੱਚ ਜੰਗੀਰ ਲੈ ਕੇ ਬੈਠਾ ਹੋਇਆ, ਵੀ ਵੇਖ ਤੇਰਾ ਭਰਾ ਖੜਕ ਸਿੰਘ ਵੀ ਖਤਮ ਹੋ ਗਿਆ, ਕੰਬਰ ਨੌ ਨਿਹਾਲ ਸਿੰਘ ਵੀ ਅਕਾਲ ਚਲਾਣਾ ਕਰ ਗਿਆ, ਹੁਣ ਜੇਕਰ ਅਸਲ ਤਖਤ ਦਾ ਮਾਲਕ ਕੋਈ ਹੈ ਤਾਂ ਉਹ ਤੂੰ ਹੈ, ਤੂੰ ਆ ਕੇ ਤਖਤ ਨੂੰ ਸੰਭਾਲ ਲੈ। ਇੱਕ ਪਾਸੇ ਚੰਦ ਕੌਰ ਨੂੰ ਲਾਰਾ ਲਾਇਆ ਗਿਆ ਵੀ ਤੈਨੂੰ ਤਖਤ ਤੇ ਬਿਠਾਇਆ ਜਾਵੇਗਾ, ਦੂਸਰੇ ਪਾਸੇ ਧਿਆਨ ਸਿੰਘ ਸ਼ੇਰ ਸਿੰਘ ਨੂੰ ਸੱਦ ਰਿਹਾ ਹੈਗਾ ਆਪਣੇ ਵੱਲੋਂ ਸੁਨੇਹਾ ਭੇਜ ਕੇ ਵੀ ਹੁਣ ਅਸਲ ਤਖਤ ਦਾ ਹੱਕਦਾਰ ਤੂੰ ਹੈ। ਹੁਣ ਸ਼ੇਰ ਸਿੰਘ ਹੈ ਜਿਹੜਾ ਉਹ ਆਪਣੇ ਵੱਲੋਂ 200-250 ਬੰਦਾ ਆਪਣੇ ਪੱਖ ਦਾ ਲੈ ਕੇ ਉਹ ਲਾਹੌਰ ਦਰਬਾਰ ਦੇ ਵਿੱਚ ਪਹੁੰਚ ਗਿਆ। ਆਖਰ ਜਦੋਂ 8-10 ਦਿਨ ਬੀਤ ਗਏ, ਸੋਗ ਦੇ ਦਿਨ ਲੰਘ ਗਏ, ਇੱਕ ਦਿਨ ਦਰਬਾਰ ਸਜਾਇਆ ਗਿਆ। ਇਸ ਦਰਬਾਰ ਦੇ ਵਿੱਚ ਸੰਧਾਵਾਲੀਆ ਪਰਿਵਾਰ, ਹੋਰ ਸਿੱਖ ਆਗੂ, ਜੋ ਸਿੱਖ ਫੌਜ ਦੇ ਆਗੂ ਨੇ ਉਹ ਹਨ ਧਿਆਨ ਸਿੰਘ ਡੋਗਰਾ, ਗੁਲਾਬ ਸਿੰਘ ਡੋਗਰਾ, ਹੀਰਾ ਸਿੰਘ ਡੋਗਰਾ ਤੇ ਮਾਤਾ ਚੰਦ ਕੌਰ ਖੜਕ ਸਿੰਘ ਦੀ ਪਤਨੀ ਤੇ ਕੰਬਰ ਨੌ ਨਿਹਾਲ ਸਿੰਘ ਦੀ ਪਤਨੀ ਬੀਬੀ ਨਾਨਕੀ ਕੌਰ ਅਤੇ ਹੋਰ ਆਗੂ ਇੱਕ ਦਰਬਾਰ ਦੇ ਵਿੱਚ ਇਕੱਠੇ ਹੋਏ। ਦਰਬਾਰ ਸਜਾਇਆ ਗਿਆ। ਸ਼ੇਰ ਸਿੰਘ ਦੇ ਵੱਲੋਂ ਤਕਰੀਰ ਕੀਤੀ ਜਾਂਦੀ ਹੈ ਵੀ ਇਹ ਬਹੁਤ ਮੰਦਭਾਗੀ ਘਟਨਾ ਹੈ ਕਿ ਮੇਰਾ ਜੋ ਭਤੀਜਾ ਕੰਬਰ ਨੌ ਨਿਹਾਲ ਸਿੰਘ ਉਹ ਨੌਜਵਾਨੀ ਦੀ ਉਮਰ ਦੇ ਵਿੱਚ ਵੀ ਇਸ ਤਰੀਕੇ ਦੇ ਨਾਲ ਛੱਜਾ ਡਿੱਗਣ ਦੇ ਕਰਕੇ ਅਕਾਲ ਚਲਾਣਾ ਕਰ ਗਿਆ। ਉਹਨੂੰ ਕੋਈ ਪਤਾ ਨਹੀਂ ਵੀ ਉਹਦਾ ਕਤਲ ਹੋਇਆ ਜਾਂ ਵੈਸੇ ਹੀ ਕੁਦਰਤੀ ਮੌਤ ਮਰੇ। ਪਹਿਲਾਂ ਮਹਾਰਾਜਾ ਰਣਜੀਤ ਸਿੰਘ ਨੇ ਜੋ ਮੱਲਾਂ ਮਾਰੀਆਂ ਹਨ, ਜੋ ਸਿੱਖ ਰਾਜ ਨੂੰ ਵਧਾਇਆ, ਉਹਦੀ ਤਾਰੀਫ ਕੀਤੀ ਗਈ,
ਖੜਕ ਸਿੰਘ ਦੀ ਤਾਰੀਫ ਕੀਤੀ ਗਈ ਵੀ ਉਹਨੇ ਬਹੁਤ ਵਧੀਆ ਰਾਜ ਚਲਾਇਆ। ਕੰਬਰ ਨੌਨਿਹਾਲ ਸਿੰਘ ਦੀ ਤਾਰੀਫ ਕੀਤੀ ਗਈ ਵੀ ਛੋਟੀ ਉਮਰ ਦੇ ਵਿੱਚ 1 ਸਾਲ ਦੇ ਵਿੱਚ ਉਹਨੇ ਵੀ ਬਹੁਤ ਵਧੀਆ ਤਰੀਕੇ ਨਾਲ ਰਾਜ ਪ੍ਰਬੰਧ ਕੀਤਾ। ਤੇ ਅਖੀਰ ਤੇ ਸ਼ੇਰ ਸਿੰਘ ਕਹਿੰਦਾ ਵੀ ਜੇ ਤਾਂ ਕੰਬਰ ਨੌਨਿਹਾਲ ਸਿੰਘ ਦਾ ਕੋਈ ਵਾਰਸ ਹੁੰਦਾ ਤਾਂ ਤਖਤ ਤੇ ਬੈਠਣ ਤੇ ਉਹ ਹੱਕਦਾਰ ਸੀ, ਪਰ ਕੰਬਰ ਨੌਨਿਹਾਲ ਸਿੰਘ ਦਾ ਤਾਂ ਕੋਈ ਵਾਰਸ ਨਹੀਂ ਹੈ। ਵੀ ਇਸ ਕਰਕੇ ਜੇਕਰ ਤੁਸੀਂ ਸਾਰੇ ਸਹਿਮਤ ਹੋ, ਜਿੰਨੇ ਵੀ ਇੱਥੇ ਆਗੂ ਬੈਠੇ ਹੋ, ਤਾਂ ਹੁਣ ਸਹੀ ਅਰਥਾਂ ਦੇ ਵਿੱਚ ਤਖਤ ਤੇ ਬੈਠਣ ਦਾ ਹੱਕਦਾਰ ਮੈਂ ਹਾਂ, ਕਿਉਂਕਿ ਮਹਾਰਾਜਾ ਰਣਜੀਤ ਸਿੰਘ ਦਾ ਮੈਂ ਪੁੱਤਰ ਹਾਂ। ਇਹ ਉਸ ਦੇ ਵੱਲੋਂ ਇਸ ਤਰੀਕੇ ਦੇ ਨਾਲ ਤਕਰੀਰ ਕਰਕੇ ਆਪਣੀ ਤਜਵੀਜ਼ ਰੱਖੀ ਗਈ ਵੀ ਜੇ ਤੁਸੀਂ ਸਹਿਮਤ ਹੋ ਤਾਂ ਮੈਂ ਬਾਦਸ਼ਾਹ ਬਣ ਸਕਦਾ ਹਾਂ। ਹੁਣ ਇਹ ਸਾਰੀ ਪਲੈਨਿੰਗ ਹੈ ਧਿਆਨ ਸਿੰਘ ਡੋਗਰੇ ਦੀ ਵੀ ਸ਼ੇਰ ਸਿੰਘ ਆ ਉਹ ਤਖਤ ਤੇ ਬੈਠਣਾ ਚਾਹੀਦਾ, ਪਰ ਉਹਨੇ ਜਿਹੜੀ ਇਹ ਗੱਲ ਬੋਲੀ ਹੈ ਨਾ ਵੀ ਕੰਬਰ ਨੌਨਿਹਾਲ ਸਿੰਘ ਦਾ ਕੋਈ ਵਾਰਸ ਨਹੀਂ ਹੈ, ਨਹੀਂ ਤਾਂ ਤਖਤ ਤੇ ਉਸ ਨੂੰ ਬਿਠਾ ਦਿੱਤਾ ਜਾਂਦਾ, ਪਰ ਹੁਣ ਮੈਂ ਹੱਕਦਾਰ ਹਾਂ। ਤੇ ਉਸ ਸਮੇਂ ਮਾਤਾ ਚੰਦ ਕੌਰ ਨੇ ਉੱਠ ਕੇ ਇਹ ਕਹਿ ਦਿੱਤਾ ਵੀ ਭਾਵੇਂ ਅੱਜ ਇਸ ਸਮੇਂ ਦੇ ਵਿੱਚ ਕੰਬਰ ਨੌਨਿਹਾਲ ਸਿੰਘ ਦਾ ਵਾਰਸ ਇਸ ਧਰਤੀ ਤੇ ਨਹੀਂ ਹੈ, ਪਰ ਮੈਨੂੰ ਮੇਰੀ ਨੂੰਹ ਰਾਣੀ ਨੇ ਦੱਸਿਆ ਹੋਇਆ ਵੀ ਕੰਬਰ ਨੌਨਿਹਾਲ ਸਿੰਘ ਦੀ ਨਿਸ਼ਾਨੀ ਮੇਰੀ ਕੁੱਖ ਦੇ ਵਿੱਚ ਹੈ। ਬੀਬੀ ਨਾਨਕੀ ਕੌਰ ਦੇ ਬੱਚਾ ਹੋਣ ਵਾਲਾ ਉਹਨੇ ਮੈਨੂੰ ਦੱਸਿਆ ਹੋਇਆ ਹੈਗਾ। ਜੇਕਰ ਬੀਬੀ ਨਾਨਕੀ ਦੀ ਕੁੱਖ ਤੋਂ ਇੱਕ ਪੁੱਤਰ ਜਨਮ ਲੈਂਦਾ ਤਾਂ ਤਖਤ ਤੇ ਉਹ ਬੈਠ ਸਕਦਾ। ਹਾਂ, ਜੇ ਇੱਕ ਲੜਕੀ ਪੈਦਾ ਹੋਵੇਗੀ ਫਿਰ ਤੁਸੀਂ ਤਖਤ ਤੇ ਕੋਈ ਮਰਜ਼ੀ ਬੈਠ ਜਾਵੋ, ਸਾਨੂੰ ਕੋਈ ਇਤਰਾਜ਼ ਨਹੀਂ ਹੋਵੇਗਾ। ਪਰ ਜੇਕਰ ਤੁਸੀਂ ਇਹ ਗੱਲ ਕਰਦੇ ਹੋ ਵੀ ਕੰਬਰ ਨੌਨਿਹਾਲ ਸਿੰਘ ਦਾ ਕੋਈ ਵਾਰਸ ਨਹੀਂ, ਉਹ ਵਾਰਸ ਹੈ ਪਰ ਮੇਰੀ ਨੂੰਹ ਰਾਣੀ ਦੀ ਕੁੱਖ ਦੇ ਵਿੱਚ ਹੈ, ਤੁਹਾਨੂੰ ਇੰਤਜ਼ਾਰ ਕਰਨਾ ਚਾਹੀਦਾ, 8-10 ਮਹੀਨੇ ਇੰਤਜ਼ਾਰ ਕਰ ਲੈਣਾ ਚਾਹੀਦਾ। ਜੇ ਪੁੱਤਰ ਜਨਮ ਲਵੇਗਾ ਤਾਂ ਉਹ ਤਖਤ ਤੇ ਬੈਠੇਗਾ। ਹੁਣ ਧਿਆਨ ਸਿੰਘ ਡੋਗਰਾ ਸ਼ੇਰ ਸਿੰਘ ਮਹਾਰਾਜਾ ਰਣਜੀਤ ਸਿੰਘ ਦਾ ਪੁੱਤਰ ਹੈ, ਇਹ ਆਪਣੇ ਵੱਲੋਂ ਪੂਰੀ ਪਲੈਨਿੰਗ ਬਣਾ ਕੇ ਆਏ ਸੀ ਵੀ ਅਸੀਂ ਤਖਤ ਤੇ ਬੈਠ ਜਾਵਾਂਗੇ। ਪਰ ਜੋ ਸੰਧਾਵਾਲੀਆ ਪਰਿਵਾਰ ਹੈ ਨਾ ਮਹਾਰਾਜਾ ਰਣਜੀਤ ਸਿੰਘ ਦੇ ਸਕਿਆਂ ਦੇ ਵਿੱਚੋਂ, ਉਹ ਵੀ ਇੱਕ ਬਹੁਤ ਵੱਡੀ ਤਾਕਤ ਹੈ, ਜਾਂ ਹੋਰ ਜੋ ਸਿੱਖ ਆਗੂ ਹੈ ਜਿਨ੍ਹਾਂ ਨੂੰ ਮਾਤਾ ਚੰਦ ਕੌਰ ਦੇ ਪ੍ਰਤੀ ਹਮਦਰਦੀ ਹੈ, ਉਹਨਾਂ ਨੇ ਇਸ ਗੱਲ 'ਤੇ ਸਹਿਮਤੀ ਪ੍ਰਗਟਾ ਦਿੱਤੀ ਵੀ ਜੋ ਮਾਤਾ ਚੰਦ ਕੌਰ ਕਹਿ ਰਹੀ ਹੈ ਇਹਦੇ ਮੁਤਾਬਕ ਚੱਲਣਾ ਚਾਹੀਦਾ। ਆਖਰ ਇੱਥੇ ਇੱਕ ਫੈਸਲਾ ਕਰ ਲਿਆ ਜਾਂਦਾ ਵੀ ਜਦੋਂ ਤੱਕ ਬੀਬੀ ਨਾਨਕੀ ਦੀ ਕੁੱਖ ਤੋਂ ਬੱਚਾ ਜਨਮ ਨਹੀਂ ਲੈਂਦਾ ਉਦੋਂ ਤੱਕ ਤਖਤ 'ਤੇ ਮਾਤਾ ਚੰਦ ਕੌਰ ਬੈਠੇਗੀ। ਇਹ ਖੜਕ ਸਿੰਘ ਦੀ ਪਤਨੀ ਹੈ ਤੇ ਇਸ ਨੂੰ ਤਖਤ ਦੀ ਰਾਣੀ ਬਣਾ ਦਿੱਤਾ ਗਿਆ, ਇਸ ਨੂੰ ਬਿਠਾ ਦਿੱਤਾ ਗਿਆ ਤਖਤ ਤੇ। ਸ਼ੇਰ ਸਿੰਘ ਨੂੰ ਤਖਤ ਨਹੀਂ ਦਿੱਤਾ ਗਿਆ, ਉਹਨੂੰ ਦੁਬਾਰੇ ਫਿਰ ਜੰਗੀਰ ਦੇ ਕੇ ਬਟਾਲੇ ਵੱਲ ਤੋਰ ਦਿੱਤਾ ਵੀ ਤੁਸੀਂ ਉੱਥੇ ਰਹੋ। ਸੋ ਅਗਲੀਆਂ ਵਿਚਾਰਾਂ ਆਪਾਂ ਕੱਲ੍ਹ ਨੂੰ ਕਰਾਂਗੇ। ਆਪ ਸਰਬੱਤ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।